ਐਮਪੀ ਤੋਂ ਤੁਸੀਂ ਖੁਦ ਕਾਰ ਡਰਾਈਵ ਕਰਕੇ ਇੱਥੇ ਪਹੁੰਚੋ, ਕਿੰਨੇ ਦਿਨਾਂ ਦੇ ਵਿੱਚ ਪਹੁੰਚੇ ਜਾਂ ਕੀ ਡਿਫिकल्टीज आईਆਂ? एक्चुअली मैं एक दिन में पहुंच जाती, बट हमने दिल्ली में स्टे करा, तो जबलपुर से दिल्ली 15 आवर्स और 5 आवर्स चंडीगढ़ के। ਇੰਨੀ ਫਾਸਟ ਗੱਡੀ ਚਲਾਣੇ? हाँ जी। ਦੈਨ ਬਹੁਤ ਸਾਰੀਆਂ ਡਿਫਿਕਲਟੀਜ਼ ਅਸੀਂ ਫੇਸ ਕੀਤੀਆਂ ਨੇ, ਬਹੁਤ ਸਾਰੀਆਂ ਹੋਈਆਂ ਵੀ ਨੇਗੀਆਂ, ਕੁੜੀਆਂ ਸਮਝ ਕੇ ਵੀ ਬੜੇ ਲੋਕਾਂ ਨੇ ਕੀਤਾ ਕਿ ਕੁੜੀਆਂ ਨੇ ਕੁਝ ਕਰ ਨਹੀਂ ਸਕਣਗੀਆਂ, ਹੋਇਆ ਪਰ ਫਿਰ ਵੀ ਹੁਣ ਸਟੈਪ ਬਾਏ ਸਟੈਪ ਅੱਗੇ ਤੁਰਿਆਂ, ਦੈਨ ਸਟੈਂਡ ਹੋਇਆ ਤਾਂ ਅੱਗੇ ਵੀ ਹੋਵਾਂਗੇ ਇਸ ਟਾਈਮ। ਤੁਹਾਨੂੰ ਪਤਾ ਕਿ ਸਾਡੇ ਪੇਰੈਂਟਸ ਨੂੰ ਵੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਇਕੱਲੀਆਂ ਕੁੜੀਆਂ ਨੇ, ਇਕੱਲੀਆਂ ਰਹਿੰਦੀਆਂ ਨੇ, ਇਹ ਕਰਦੀਆਂ ਉਹ ਕਰਦੀਆਂ, ਪਰ ਉਹ ਸਾਨੂੰ ਸਪੋਰਟ ਕਰਦੇ ਨੇ ਕਿ ਨਹੀਂ ਤੁਸੀਂ, ਸਾਨੂੰ ਪਤਾ ਤੁਸੀਂ ਸਹੀ ਹੋ ਤਾਂ ਤੁਸੀਂ ਅੱਗੇ ਵੱਧ ਕੇ ਕੰਮ ਕਰੋ। जब हम डिफ़िकल्टी के बारे में सोचते हैं तो हम ज़्यादातर पीछे हट जाते हैं कि नहीं हम नहीं करेंगे, बट मैंने ये डिसाइड करा हुआ था कि अगर मैं घर से निकल गई तो फिर करना है। तो मैं अभी भी यही सोचती हूँ, चाहे कुछ भी हो जाए, कैसे भी इसको आगे लेके जाना है और अच्छा करना है। ਲਾਈਕ ਮੋਟੀਵੇਟ ਵੀ ਕੀਤਾ, ਮਤਲਬ ਮੈਮ ਨੇ ਕਿੱਦਾਂ ਦੇ ਲਾਈਕ ਆਪਾਂ ਕਹਿ ਦਈਏ ਕਿ ਸ਼ਖਸੀਅਤ ਨੇ ਜੋ ਮਤਲਬ ਹਰ ਇੱਕ ਕੁੜੀ ਉਹਨਾਂ ਵਰਗੀ ਬਣਨਾ ਚਾਹੁੰਦੀ ਹੈ, ਉਹ ਹਰ ਇੱਕ ਕੁੜੀ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ, ਦੈਨ ਅਸੀਂ ਵੀ ਮੈਮ ਉਹਨਾਂ ਨੂੰ ਫੋਲੋ ਕਰਦੇ ਹਾਂ। ਕਿ 2 ਮਹੀਨੇ ਦਾ ਅਸੀਂ ਆਲਰੇਡੀ ਰੈਂਟ ਇੱਥੇ ਪੇ ਕਰ ਚੁੱਕੇ ਸੀਗੇ, ਦੈਨ ਅਸੀਂ ਜੂਨ ਦੇ ਵਿੱਚ ਇੱਥੇ ਸਟਾਰਟ ਕੀਤਾ, ਦੈਨ ਉਹ ਥੋੜਾ ਲੱਗ ਰਿਹਾ, ਪਰ ਹੁਣ ਚਲੋ ਜੋ ਹੋ ਗਿਆ, ਦੈਨ ਉਹ ਆਪਾਂ ਕਹਿੰਦੇ ਲੋਕਡਾਊਨ ਦੇ ਵਿੱਚ। ਚੰਡੀਗੜ੍ਹ ਜਾ ਕੇ ਕੰਮ ਕਰਨ ਦੀ ਬਜਾਏ ਜੇ ਮੈਂ ਐਮਪੀ ਦੇ ਵਿੱਚ ਹੀ ਆਪਣਾ ਕੋਈ ਕੰਮ ਕਰ ਲਾਂ? नहीं, मैंने एमपी में बहुत ग्रोथ नहीं है वहाँ पे, तो उसके अकॉर्डिंग मैंने ये बेस्ट जगह सोची कि चंडीगढ़ वुड बी बेस्ट टू वर्क। ਅਸੀਂ ਲਾਈਕ 3 ਭੈਣਾਂ ਡਿਫਰੈਂਟ ਆ ਬਿਲਕੁਲ, ਸਾਡੇ 'ਚ ਪੈਸੇ ਨੂੰ ਲੈ ਕੇ ਕਦੇ ਇਸ਼ੂ ਨਹੀਂ ਹੋਊਗਾ, ਕੋਈ ਲਾਸ ਹੋਵੇ ਕੋਈ ਪ੍ਰੋਫਿਟ ਹੋਵੇ, ਇਦਾਂ ਦਾ ਕਦੇ ਨਹੀਂ ਹੋਊਗਾ ਕਿ ਅਸੀਂ ਆਪਸ 'ਚ ਲੜਾਂਗੇ ਜਸਟ ਪੈਸੇ ਨੂੰ ਲੈ ਕੇ, ਇਹ ਚੀਜ਼ ਕਦੇ ਨਹੀਂ। ਜ਼ਿੰਦਗੀ ਦੇ ਵਿੱਚ ਜੇਕਰ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਕਿਸਮਤ ਦੀ ਅਜਮਾਇਸ਼ ਤਾਂ ਜੂਏ ਦੇ ਵਿੱਚ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਤੁਹਾਡੇ ਨਾਲ ਨਵਦੀਪ ਕੌਰ ਇੱਕ ਅਜਿਹੀਆਂ ਮੁਟਿਆਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਜਿਨ੍ਹਾਂ ਦੀ ਕਹਾਣੀ ਸੁਣ ਕੇ ਤੁਸੀਂ ਵੀ ਇੱਕ ਵਾਰ ਇਨਸਪਾਇਰ ਹੋਵੋਗੇ ਤੇ ਇਹ ਸਟੋਰੀ ਉਹਨਾਂ ਲੋਕਾਂ ਦੇ ਲਈ ਵੀ ਇੱਕ ਨਸੀਹਤ ਪੈਦਾ ਕਰੇਗੀ ਕਿ ਜਿਹੜੀ ਕਿਸਮਤ ਦੇ ਉੱਤੇ ਉਮੀਦਾਂ ਛੱਡ ਦਿੰਦੇ ਨੇ ਤੇ ਜ਼ਿੰਦਗੀ ਦੇ ਵਿੱਚ ਮਿਹਨਤ ਨਹੀਂ ਕਰਦੇ। ਮੇਰੇ ਖੱਬੇ ਪਾਸੇ ਬੈਠੇ ਹੋਏ ਨੇ ਨਵਜੋਤ ਕੌਰ, ਮੇਰੇ ਸੱਜੇ ਪਾਸੇ ਹਰਜੀਤ ਕੌਰ ਜੀ ਨੇ ਤੇ ਨਾਲ ਉਹਨਾਂ ਦੇ ਜਗਜੋਤ ਕੌਰ ਬੈਠੇ ਨੇ। ਥੋੜਾ ਜਿਹਾ ਮੈਂ ਇਹਨਾਂ ਦੀ ਕਹਾਣੀ ਬਾਰੇ ਚਾਨਣਾ ਪਾਉਂਦਾ ਤਾਂ ਬੇਸ਼ੱਕ ਇਹ ਮੱਧ ਪ੍ਰਦੇਸ਼ ਦੀ ਰਹਿਣ ਵਾਲੀਆਂ ਨੇ, ਫਾਦਰ ਸਾਹਿਬ ਦੀ ਡੈਥ ਹੁੰਦੀ ਹੈ, ਉਸ ਤੋਂ ਬਾਅਦ ਇਹ ਚੰਡੀਗੜ੍ਹ ਦੇ ਵਿੱਚ ਆ ਕੇ ਆਪਣਾ ਕੰਮ ਸ਼ੁਰੂ ਕਰਦੀਆਂ ਨੇ, ਜਿਸ ਤੋਂ ਬਾਅਦ ਇੱਕ ਵਿਲੱਖਣ ਪਹਿਚਾਣ ਬਣਾਉਂਦੇ ਨੇ ਤੇ ਅੱਜ ਇਹਨਾਂ ਦੀ ਮੁਲਾਕਾਤ ਜੋ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ ਹੁੰਦੀ ਹੈ, ਇੱਥੇ ਪਹੁੰਚਦੇ ਨੇ ਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ, ਜਾਣਦੇ ਹਾਂ ਕਿ ਆਖਿਰਕਾਰ ਕੀ ਕਾਰਨ ਬਣੇ ਕਿ ਇੱਕਦਮ ਮੱਧ ਪ੍ਰਦੇਸ਼ ਤੋਂ ਇੱਥੇ ਆਉਂਦੇ ਨੇ ਤੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਕੰਮ ਕਰਦੇ ਨੇ। ਤਾਂ ਨਵਜੋਤ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਹਮਦਰਦ ਟੀਵੀ। सत श्रीकाल। एक्चुअली मेरे डैड की डेथ हो गई थी दिसंबर में, तो जो मेरे फैमिली एक्सटेंडेड फैमिली मेम्बर्स हैं तो वो कहने लगे कि अब इनका क्या होगा, इनकी शादी कर दो। पर मेरे डैड चाहते थे कि हम सेल्फ डिपेंडेंट बने, वो कहते थे अपने आत्मनिर्भर बनो। सो वही मैं सोचती थी, जब मेरे डैड ने कभी नहीं बोला ये, तो मैं कोई मुझे क्यों बोले। तो 2-3 महीने तो मैं बहुत परेशान थी, डिप्रेशन में थी, कुछ हो जाता है जब फैमिली में कुछ ऐसा हो तो। फिर मेरे एक फ्रेंड ने मुझे ऑफ़र दिया कि जिनका एक्चुअली ये जो ब्रांड है वो रजत खेरा की है, तो उन्होंने मुझे ऑफ़र दिया कि आप पार्टनर कर लीजिए मेरे साथ, आप चंडीगढ़ में किचन खोल लीजिए। तो पहले मेरे को पता नहीं था कि मैं खोलना चाहती हूँ कि नहीं, मैं श्योर नहीं थी, पर एक दिन मैं चंडीगढ़ आई तो मैंने देखा, किचन देखा, तो फिर मैंने उनसे कहा कि मैं खुद से करूँगी, मैं पार्टनरशिप नहीं करूँगी, मैं खुद का ओपन करूँगी। तो उन्होंने कहा ठीक है, जो भी हेल्प होगी मैं करूँगा। तो फिर बस वहाँ से मैंने प्लान कर लिया कि मैंने ये करना है। ਜੀ ਬਿਲਕੁਲ। ਹਰਜੀਤ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨ ਵੀ, ਅੱਜ ਤੁਹਾਨੂੰ ਐਡੀ ਵੱਡੀ ਐਪਰੀਸ਼ੀਏਸ਼ਨ ਮਿਲੀ ਹੈ। ਤਾਂ ਇਹ ਆਈਡੀਆ ਕਿਸ ਤਰ੍ਹਾਂ ਆਇਆ ਵੀ ਇਹ ਤੁਹਾਡੇ ਕਜ਼ਨਸ ਨੇ ਉੱਥੋਂ ਚੱਲ ਕੇ ਆਉਂਦੀਆਂ ਨੇ, ਤੁਹਾਡੇ ਨਾਲ ਕੀ ਕੰਟੈਕਟ ਕਰਦੀਆਂ ਨੇ, ਕਿਵੇਂ ਸਬੱਬ ਬਣਿਆ ਵੀ ਅੱਜ ਤੁਸੀਂ ਆਪਣਾ ਬਿਜ਼ਨਸ ਚਲਾ ਰਹੇ ਹੋ? ਥੈਂਕ ਯੂ ਮੈਮ, ਵੈਸੇ ਤੁਸੀਂ ਕੰਗ੍ਰੈਚੁਲੇਸ਼ਨ ਕਿਹਾ ਉਹਦੇ ਲਈ। ਤਾਂ ਐਕਚੁਅਲੀ ਮਤਲਬ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀਗੀਆਂ ਇਹ, ਕਿਉਂਕਿ ਇੱਕ ਆਪਣੀ ਫੈਮਿਲੀ 'ਚੋਂ ਇੱਕ ਮੈਂਬਰ ਦਾ ਚੱਲਿਆ ਜਾਣਾ, ਕਿਉਂਕਿ ਉਹ ਵੀ ਫਾਦਰ ਦਾ, ਇੱਕ ਲੜਕੀ ਦਾ ਆਪਣੇ ਫਾਦਰ ਨਾਲ ਬਹੁਤ ਅਟੈਚਮੈਂਟ ਹੁੰਦੀ ਹੈ, ਸਭ ਨੂੰ ਪਤਾ, ਆਪਣੀ ਸਭ ਦੀ ਹੁੰਦੀ ਆ। ਉਸ ਤੋਂ ਬਾਅਦ ਇਹਨਾਂ ਦਾ ਕੰਟੈਕਟ ਹੋਇਆ ਇੱਦਾਂ,
ਕਿ ਆਪਾਂ ਇਦਾਂ ਕਿਚਨ ਖੋਲ੍ਹਣਾ। ਦੈਨ ਸਾਡੇ ਪੇਰੈਂਟਸ ਨੇ ਸਾਨੂੰ ਬਹੁਤ ਸਪੋਰਟ ਕੀਤਾ, ਮੇਰੇ ਪੇਰੈਂਟਸ ਨੇ, ਇਹਨਾਂ ਦੇ ਮੰਮਾ ਨੇ ਸਾਨੂੰ ਬਹੁਤ ਸਪੋਰਟ ਕੀਤਾ। ਉਸ ਤੋਂ ਬਾਅਦ ਚਲੋ ਅਸੀਂ ਡਿਸਾਈਡ ਕੀਤਾ ਕਿ ਅਸੀਂ ਇੱਥੇ ਖੋਲ੍ਹਾਂਗੇ। ਦੈਨ ਉਸ ਤੋਂ ਬਾਅਦ ਆਈ ਥਿੰਕ ਇਹ ਅਪ੍ਰੈਲ ਦੇ ਵਿੱਚ ਪਹਿਲਾਂ ਇੱਥੇ ਆਏ ਸੀਗੇ, ਇਹਨਾਂ ਨੇ ਸਾਰਾ ਕੁਝ ਇੱਥੇ ਲਾਈਕ ਕਰਿਆ ਸੀਗਾ ਸਟਾਰਟ, ਪਰ ਬਾਅਦ 'ਚ ਲੋਕਡਾਊਨ ਹੋ ਗਿਆ। ਉੱਥੇ ਜਬਲਪੁਰ 'ਚ ਵੀ ਹੋ ਗਿਆ, ਦੈਨ ਇੱਥੇ ਵੀ ਹੋ ਗਿਆ ਸੀ। ਦੈਨ ਹੁਣ ਲਾਸਟ ਜੂਨ ਦੇ ਵਿੱਚ ਅਸੀਂ ਆਏ ਹਾਂ, ਦੈਨ 25 ਨੂੰ ਅਸੀਂ ਇੱਥੇ ਓਪਨ ਕੀਤਾ ਸੀ। ਤੇ ਹੁਣ ਕਿੱਦਾਂ ਦਾ ਲੋਕਾਂ ਦੇ ਵੱਲੋਂ ਹੁੰਗਾਰਾ ਮਿਲਦਾ? ਮੈਮ ਮਤਲਬ ਇੰਨਾ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਕਿ ਸਾਨੂੰ ਇੰਨੀ ਜਲਦੀ ਮਤਲਬ ਇੰਨਾ ਵਧੀਆ ਰਿਸਪੌਂਸ ਮਿਲ ਜੂਗਾ, ਬਟ ਲੋਕ ਸਾਨੂੰ ਬਹੁਤ ਵਧੀਆ ਲਾਈਕ ਰਿਸਪੌਂਸ ਦੇ ਰਹੇ ਨੇ। ਰਿਪੀਟ ਆਰਡਰ ਬਹੁਤ ਜ਼ਿਆਦਾ ਆ ਰਹੇ ਨੇ। ਦੈਨ ਇਹਦੇ ਲਈ ਅਸੀਂ ਮਤਲਬ ਸੋਚਿਆ ਨਹੀਂ ਸੀ ਕਿ ਇੰਨਾ ਹੋ ਜਾਊਗਾ, ਪਰ ਹੋ ਬਹੁਤ ਜ਼ਿਆਦਾ ਗਿਆ। ਹਾਂਜੀ ਨਵਜੋਤ ਜੀ, ਜਦੋਂ ਵੀ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਨਾ, ਡਿਫਿਕਲਟੀਜ਼ ਬਹੁਤ ਜ਼ਿਆਦਾ ਆਉਂਦੀਆਂ। ਇੱਕ ਟਾਈਮ ਇਨਸਾਨ ਤੇ ਐ ਹੁੰਦਾ ਵੀ ਚਲੋ ਛੱਡ ਦੋ ਯਾਰ, ਹੁਣ ਨਹੀਂ ਕਰ ਸਕਦੇ, ਬਸ ਖਤਮ ਹੋ ਗਏ। ਕਦੀ ਜਦੋਂ ਇਹ ਕੰਮ ਸਟਾਰਟ ਕੀਤਾ ਕੁਛ ਇਦਾਂ ਦੀ ਪ੍ਰੋਬਲਮ आई? एक्चुअली जब हम डिफ़िकल्टी के बारे में सोचते हैं तो हम ज़्यादातर पीछे हट जाते हैं कि नहीं हम नहीं करेंगे, बट मैंने ये डिसाइड करा हुआ था कि अगर मैं घर से निकल गई तो फिर करना है। तो मैं अभी भी यही सोचती हूँ, चाहे कुछ भी हो जाए, कैसे भी इसको आगे लेके जाना है और अच्छा करना है। वैसे ਤੁਸੀਂ ग्रेजुएट हो या पोस्ट ग्रेजुएट? मैंने बीकॉम करी है, फिर मैंने फ़ैशन डिज़ाइनिंग करी है, डिप्लोमा किया फ़ैशन डिज़ाइनिंग में, फिर मैंने इंडिगो के साथ जॉब किया 1 साल एज एन एयर होस्टेस। फैशन डिज़ाइनिंग का बहुत स्कोप है, तो लगे नहीं भी मैं इस फील्ड च अगे जावां, ये मैं किधर नूं तुर पई? नहीं, मेरा प्लान है, मैं उसमें भी करूँगी। फिर मेरी कोई एप्लीकेशन भी मैंने प्लान करी हुई है, वो मैंने करनी है। मैं चाहती हूँ, जैसे मनीषा गुलाटी मैम है, वो वुमेन एम्पावरमेंट के बारे में बातें करते हैं, मैं भी चाहती हूँ कि मैं जितनी भी फीमेल हैं उनके लिए कुछ अच्छा कर सकूँ और उनकी हेल्प कर सकूँ, तो मैं करूँगी। जी हरजीत जी, ਤੁਹਾਡਾ ਕੀ ਮਤਲਬ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜਾਂ ਗ੍ਰੈਜੂਏਸ਼ਨ? ਨੋ ਮੈਮ, ਮੈਂ ਗ੍ਰੈਜੂਏਸ਼ਨ ਕੀਤੀ ਹੈ, BSc ਗ੍ਰੈਜੂਏਸ਼ਨ। ਤੇ ਫਿਰ ਉਸ ਫੀਲਡ ਦੇ ਜਾਣ ਦੀ ਬਜਾਏ ਆਪਣੀਆਂ ਕਜ਼ਨਸ ਦਾ ਸਾਥ ਦੇ ਰਹੇ ਹੋ? ਓਬਵੀਅਸ ਆ ਮੈਮ, ਕਿਉਂਕਿ ਈਵਨ ਸਾਡਾ ਕੁਛ ਜ਼ਿਆਦਾ ਮਤਲਬ ਬੌਂਡਿੰਗ ਬਹੁਤ ਚੰਗੀ ਹੈ। ਦੈਨ ਇਹਨਾਂ ਨੂੰ ਵੀ ਇੱਕ ਇੱਦਾਂ ਦਾ ਪਰਸਨ ਚਾਹੀਦਾ ਸੀ ਜਿਹੜਾ ਇੱਥੇ ਪੰਜਾਬ ਦਾ ਹੋਵੇ ਮੇਨ, ਤਾਂ ਕਿਉਂਕਿ ਈਵਨ ਮੈਂ ਚਾਹੇ ਚੰਡੀਗੜ੍ਹ ਦੀ ਨਹੀਂ ਹੈਗੀ, ਪਰ ਫਿਰ ਵੀ ਮੈਨੂੰ ਇਹਨਾਂ ਥੋੜੀ ਨੌਲੇਜ ਹੈਗੀ ਹੈ ਇੱਥੋਂ ਦੀ। ਦੈਨ ਫਿਰ ਅਸੀਂ ਇਹ ਸੋਚਿਆ ਕਿ ਅਸੀਂ ਇਕੱਠੇ ਕਰ ਲਵਾਂਗੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਮੈਨੂੰ ਵੀ ਲੋੜ ਸੀ, ਉਹਨਾਂ ਨੂੰ ਵੀ ਲੋੜ ਸੀ, ਕਿਉਂਕਿ ਅਸੀਂ ਖੁਦ ਚਾਹੁੰਦੇ ਸੀਗੇ ਅਸੀਂ ਇੰਡੀਪੈਂਡੈਂਟ ਹੋਈਏ। ਮਤਲਬ ਕਿਸੇ ਦੇ ਉਹ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਸਹਾਰੇ 'ਤੇ ਅੱਗੇ ਆਈਏ ਜਾਂ ਮਤਲਬ ਕੋਈ ਸਾਨੂੰ ਕਹੇ ਕਿ ਨਹੀਂ ਸਾਡੇ ਕਰਕੇ ਹੋਇਆ, ਤਾਂ ਅਸੀਂ ਆਪਣਾ ਕੁਝ ਕਰਨਾ ਚਾਹੁੰਦੇ ਸੀ, ਤਾਂ ਅਸੀਂ ਆਪਣਾ ਕੀਤਾ। जगजोत जी, किस तरह फील होता है आज? बहुत प्राउड फील होता है एज अ वुमेन। आप आगे आके खुद काम करो और इंडिपेंडेंट बनो। आई फील वेरी प्राउड। और मैम मनीषा गुलाटी जी जो हैं वो यहाँ पे आई, सो वी आर वेरी हैप्पी अबाउट इट एंड शी इज़ ऑल्सो सपोर्टिंग, सो दैट इज़ वी अप्रिशिएट इट अ लॉट एंड यू कमिंग हियर वी अप्रिशिएट इट। थैंक यू। नवजोत जी, मनीषा गुलाटी होर नाल किस तरह तुहाडी मुलाकात हुंदी है? एक्चुअली मैं पंजाब में नहीं रहती, तो मुझे इतना नॉलेज नहीं था उनके बारे में। वो जो लैम्बर हुसैनपुरी का वो वायरल हुआ था, उसके बाद मैंने उनको फॉलो करना चालू करा। द बेस्ट थिंग आई लाइक्ड अबाउट हर वॉज उनने ना अनबायस जजमेंट दी, वेरी वाइजली उनने डिसाइड करा। क्योंकि कई बार हम फीमेल होकर सोचते फीमेल को सपोर्ट करनी है, पर उनने जो बेस्ट था वो करा एंड आई रियली लाइक्ड इट। सब ऐसा नहीं करते, सो मैं फिर उनको फॉलो करने लगी। फिर मैं उनकी सारे स्टोरीज देखती थी एंड जो वो काम कर रहे हैं वो बहुत ही अच्छा काम कर रहे हैं एंड मुझे लगता है कि हमें ऐसे लोगों की बहुत ज़रूरत है। ਲੌਕਡਾਊਨ ਦੇ ਵਿੱਚ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ? ਕਿਉਂਕਿ ਹਰ ਇੱਕ ਕੰਮ ਕਾਫੀ ਜ਼ਿਆਦਾ ਘਾਟੇ ਦੇ ਵਿੱਚ ਗਿਆ, ਤਾਂ ਤੁਸੀਂ ਵੀ ਸਟਾਰਟ ਕੀਤਾ ਤਾਂ ਕੋਈ ਲੋਸ ਹੋਇਆ? ਹਾਂਜੀ ਮੈਮ, ਕਿਉਂਕਿ 2 ਮਹੀਨੇ ਦਾ ਅਸੀਂ ਆਲਰੇਡੀ ਰੈਂਟ ਇੱਥੇ ਪੇ ਕਰ ਚੁੱਕੇ ਸੀਗੇ। ਦੈਨ ਅਸੀਂ ਜੂਨ ਦੇ ਵਿੱਚ ਇੱਥੇ ਸਟਾਰਟ ਕੀਤਾ। ਦੈਨ ਉਹ ਥੋੜਾ ਲੱਗ ਰਿਹਾ, ਪਰ ਹੁਣ ਚਲੋ ਜੋ ਹੋ ਗਿਆ। ਦੈਨ ਉਹ ਆਪਾਂ ਕਹਿੰਦੇ ਲੋਕਡਾਊਨ ਦੇ ਵਿੱਚ ਥੋੜਾ ਜਿਹਾ ਤਾਂ ਹੋਇਆ। ਬਾਕੀ ਜਦੋਂ ਅਸੀਂ ਇੱਥੇ ਆਏ ਹਾਂ, ਦੈਨ ਬਹੁਤ ਸਾਰੀਆਂ ਡਿਫਿਕਲਟੀਜ਼ ਅਸੀਂ ਫੇਸ ਕੀਤੀਆਂ ਨੇ, ਬਹੁਤ ਸਾਰੀਆਂ ਹੋਈਆਂ ਵੀ ਨੇਗੀਆਂ। ਕੁੜੀਆਂ ਸਮਝ ਕੇ ਵੀ ਬੜੇ ਲੋਕਾਂ ਨੇ ਕੀਤਾ ਕਿ ਕੁੜੀਆਂ ਨੇ ਕੁਝ ਕਰ ਨਹੀਂ ਸਕਣਗੀਆਂ, ਹੋਇਆ। ਪਰ ਫਿਰ ਵੀ ਹੁਣ ਸਟੈਪ ਬਾਏ ਸਟੈਪ ਅੱਗੇ ਤੁਰਿਆਂ, ਦੈਨ ਸਟੈਂਡ ਹੋਇਆ ਤਾਂ ਅੱਗੇ ਵੀ ਹੋਵਾਂਗੇ ਇਸ ਟਾਈਮ। ਯਾਨੀ ਕਿ ਹੁਣ ਪਿੱਛੇ ਨਹੀਂ ਹਟ? ਨੋ ਮੈਮ, ਕੋਈ ਚਾਂਸ ਹੀ ਨਹੀਂ ਹੈਗਾ ਕਿ ਹੁਣ ਪਿੱਛੇ ਹਟ ਜਾਵਾਂਗੇ। ਹੁਣ ਅੱਗੇ ਹੀ ਹੋਗਾ, ਮੂਵ ਵੀ ਹੋਵਾਂਗੇ ਅੱਗੇ। ਮੇਬੀ ਅਗਰ ਥੋੜੀ ਸਿਚੁਏਸ਼ਨ ਸੁਧਰਦੀ ਹੈ ਤਾਂ ਅਸੀਂ ਰੈਸਟੋਰੈਂਟ ਵੀ ਮੇਬੀ ਓਪਨ ਕਰਾਂਗੇ। ਦੈਨ ਆਫਟਰ 15 ਡੇਜ਼ ਅਸੀਂ ਇੰਡੀਅਨ ਚਾਲੂ ਕਰਾਂਗੇ। ਬਿਲਕੁਲ, ਸਾਡੇ ਜਿਹੜੇ ਦਰਸ਼ਕ ਇੰਟਰਵਿਊ ਦੇਖ ਰਹੇ ਹੋਣਗੇ ਨਾ, ਮੈਂ ਸ਼ੁਰੂ ਤੋਂ ਕਹਿ ਰਹੀ ਹਾਂ ਵੀ ਇਹ 2 ਭੈਣਾਂ ਨੇ, ਹੈ ਨਾ, ਨਵਜੋਤ ਤੇ ਜਗਜੋਤ, ਠੀਕ ਹੈ ਜੀ। ਤੁਸੀਂ ਉਹਨਾਂ ਦੇ ਕਜ਼ਨ ਹੋ, ਪਰ ਉਹ ਜਾਣਨਾ ਚਾਹੁੰਦੇ ਨੇ ਵੀ ਕਜ਼ਨ ਦਾ ਰਿਸ਼ਤਾ ਕਿਸ ਤਰ੍ਹਾਂ ਦਾ, ਮਾਮੇ ਚਾਚਿਆਂ ਦਾ ਜਾਂ ਕਿੱਦਾਂ ਦਾ ਰਿਸ਼ਤਾ ਹੈ? ਮੈਂ ਮਾਮਾ ਭੂਆ ਜੀ ਦੀ ਬੇਟੀ। ਮਾਮਾ ਭੂਆ ਜੀ, ਮਾਮਾ ਜੀ ਦੀ ਬੇਟੀ। ਮਾਮਾ ਜੀ ਦੀ ਬੇਟੀ। ਤਾਂ ਜਦੋਂ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਮੈਂ ਇਹ ਖੋਲ੍ਹਣਾ ਚਾਹੁੰਦੀ ਹਾਂ ਜਾਂ ਕੁਝ ਵੀ ਹੈ, ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ? ਹਾਂਜੀ ਮੈਮ, ਮੈਂ ਪੇਰੈਂਟਸ ਨਾਲ ਗੱਲ ਕੀਤੀ। ਮਾਮੀ ਜੀ ਨੇ ਮੇਰੇ ਮੰਮਾ ਨਾਲ ਗੱਲ ਕੀਤੀ, ਅੱਗੇ ਇੱਦਾਂ ਹੋਇਆ ਨਾ ਕਿ ਨਹੀਂ। ਫਿਰ ਮੰਮਾ ਨੇ ਇਹ ਕਿਹਾ ਕਿ ਮਾਮੀ ਜੀ ਨੇ ਕਿਹਾ ਕਿ ਚਲੋ ਵਧੀਆ, ਅਗਰ ਕਰ ਰਹੀ ਹਾਂ ਤਾਂ ਇਹਨਾਂ ਨੂੰ ਕਰਨ ਦਿਓ। ਮਤਲਬ ਸਾਨੂੰ ਸਪੋਰਟ ਬਹੁਤ ਮਿਲਿਆ ਫੈਮਿਲੀ ਦਾ। ਬਿਨਾਂ ਸਪੋਰਟ ਤੋਂ ਅਸੀਂ ਇੱਥੇ ਤੱਕ ਆ ਹੀ ਨਹੀਂ ਸੀ ਸਕਦੇ, ਕਿਉਂਕਿ ਤੁਹਾਨੂੰ ਪਤਾ ਕਿ ਸਾਡੇ ਪੇਰੈਂਟਸ ਨੂੰ ਵੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਇਕੱਲੀਆਂ ਕੁੜੀਆਂ ਨੇ, ਇਕੱਲੀਆਂ ਰਹਿੰਦੀਆਂ ਨੇ, ਇਹ ਕਰਦੀਆਂ ਉਹ ਕਰਦੀਆਂ, ਪਰ ਉਹ ਸਾਨੂੰ ਸਪੋਰਟ ਕਰਦੇ ਨੇ ਕਿ ਨਹੀਂ ਤੁਸੀਂ, ਸਾਨੂੰ ਪਤਾ ਤੁਸੀਂ ਸਹੀ ਹੋ ਤਾਂ ਤੁਸੀਂ ਅੱਗੇ ਵੱਧ ਕੇ ਕੰਮ ਕਰੋ। ਬਿਲਕੁਲ। ਜਗਜੋਤ ਜੀ, ਫੈਮਿਲੀ ਦੇ ਵਿੱਚ ਕੌਣ ਕੌਣ ਹੈ? मॉम, ब्रदर कैनेडा च ते सिस्टर ते ਓਬਵੀਅਸਲੀ ਸਾਡੇ ਯੂਥ ਦੀ ਇੱਕ ਹੁੰਦਾ ਵੀ ਚਲੋ ਮੇਰਾ ਬ੍ਰਦਰ ਬਾਹਰ ਸੈੱਟ ਹੈ, ਤਾਂ ਸਾਨੂੰ ਵੀ ਐਂ ਲੱਗਦਾ ਵੀ ਫਟਾਫਟ ਅਸੀਂ ਵੀ ਬਾਹਰ ਜਾਈਏ, ਬਾਹਰ ਰਹੀਏ, ਇੱਥੇ ਕੁਝ ਨਹੀਂ ਹੈਗਾ। ਤਾਂ ਤੁਹਾਨੂੰ ਨਹੀਂ ਲੱਗਿਆ ਵੀ ਮੇਰਾ ਬ੍ਰਦਰ ਬਾਹਰ ਹੈ ਤੇ ਮੈਂ ਵੀ ਬਾਹਰ ਜਾਵਾਂ, ਮੈਂ ਇੱਥੇ ਕੰਮ ਕਿਉਂ ਕਰਾਂ?
आई थिंक इंडिया में ज़्यादा स्कोप है। वहाँ बाहर आप जाते हो तो आप थोड़ा रूटीन में हो जाते हो, तो इतना वो एक्सपोजर नहीं है। इंडिया में ज़्यादा एक्सपोजर है। आई थिंक पीपल शुड वर्क इन इंडिया एज वेल, नॉट मतलब अब्रॉड अच्छा है बट इंडिया में भी आप कुछ कर सकते हो इफ़ यू ट्राई। ਨਵਜੋਤ ਜੀ, ਜਦੋਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ, ਆਪਾਂ ਮੋਸਟਲੀ ਆਪਾਂ ਇੰਡੀਅਨ ਕਲਚਰ ਨਾਲ ਸੰਬੰਧਿਤ ਹਾਂ, ਤਾਂ ਮੋਸਟਲੀ ਰਿਸ਼ਤੇਦਾਰ ਕਹਿੰਦੇ ਨੇ ਵੀ ਹੁਣ ਇਹਨਾਂ ਦੇ ਸਿਰ ਤੇ ਪਿਓ ਨਹੀਂ ਹੈਗਾ, ਚਲੋ ਇਹਨਾਂ ਦਾ ਵਿਆਹ ਕਰ ਦਈਏ ਜਾਂ ਇਹਨਾਂ ਦਾ ਫਟਾਫਟ ਇਹਨਾਂ ਨੂੰ ਕਰ ਦਈਏ ਵੀ ਸਾਡੇ ਤੇ ਜ਼ਿੰਮੇਵਾਰੀ ਨਾ ਪਏ। ਕੁਛ ਇਦਾਂ ਦਾ ਇੰਸੀਡੈਂਟ ਹੋਇਆ? हाँ जी हुआ था। इनिशियली जब ऐसा हुआ तो मेरे रिलेटिव्स हैं, क्लोज रिलेटिव्स, तो उन्होंने यही बोला कि शादी कर दो। फिर उन्होंने लड़के देखे तो मेरे डैड ने हमेशा कहा है जिससे मन करे उससे करना। उनने कभी प्रेशर नहीं करा। तो और उन्हें ये पहली जो ओनली चीज़ वो कहते थे कि सक्षम बनो, तो मैं बस वो जो उन्होंने बोला मैं वो कर रही हूँ। ਫਾਦਰ ਸਾਹਿਬ ਦੀ ਡੈਥ ਹੋਣ ਕਿੰਨਾ ਸਮਾਂ ਹੋ ਗਿਆ? दिसंबर में हुई है उनकी, 2020। हाँ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਸਭ ਤੋਂ ਪਹਿਲਾਂ ਕਹਿੰਦੀਆਂ ਨੇ ਕੁੜੀਆਂ ਕੋਈ ਵੀ ਗੱਲ ਕਰਨੀ ਹੋਵੇ ਆਪਣੀ ਮਦਰ ਨਾਲ ਸ਼ੇਅਰ ਕਰਦੇ ਵੀ ਮੈਂ ਇੱਦਾਂ ਸਟਾਰਟ ਕਰਨਾ ਚਾਹੁੰਦੀ ਹਾਂ, ਤਾਂ ਉਸ ਟਾਈਮ ਤੁਹਾਡੇ ਮਦਰ ਦਾ ਕੀ ਰਿਐਕਸ਼ਨ ਸੀ? मेरी मम्मा बहुत सपोर्ट करते हैं। मेरी मम्मा भी कहते हैं कि मतलब ज़िंदगी में चीज़ वो करनी चाहिए जिससे आपको खुशी मिले। कभी भी प्रेशर में कोई काम नहीं करना चाहिए कि कोई कह रहा है तो ऐसा कर लो, क्योंकि फिर आप इंटरनली खुश नहीं होते। ਐਮਪੀ ਤੋਂ ਤੁਸੀਂ ਖੁਦ ਕਾਰ ਡਰਾਈਵ ਕਰਕੇ ਇੱਥੇ ਪਹੁੰਚੇ ਹੋ, ਕਿੰਨੇ ਦਿਨਾਂ ਦੇ ਵਿੱਚ ਪਹੁੰਚੇ ਜਾਂ ਕੀ ਡਿਫਿਕਲਟੀਜ਼ ਆਈਆਂ? एक्चुअली मैं एक दिन में पहुंच जाती, बट हमने दिल्ली में स्टे करा, तो जबलपुर से दिल्ली 15 आवर्स और 5 आवर्स चंडीगढ़ के। ਇੰਨੀ ਫਾਸਟ ਗੱਡੀ ਚਲਾਣੇ? हाँ जी। ਕਿਸੇ ਨੇ ਰੋਕਿਆ ਨਹੀਂ ਰਸਤੇ ਵਿੱਚ? नहीं, रोड्स क्लीन थे, मतलब क्लियर थे रोड्स। ਨਹੀਂ ਤਾਂ ਜੇ ਕੋਈ ਹੁੰਦਾ ਚਲਾਨ ਜ਼ਰੂਰ ਬਣਨਾ ਸੀ। नहीं, रास्ते में कोई नहीं था। ਬਿਲਕੁਲ। ਤਾਂ ਅੱਜ ਕਿਦਾਂ ਦਾ ਫੀਲ ਹੁੰਦਾ ਹੈ ਵੀ ਇੱਕ ਹੁਣ ਤੁਸੀਂ 1 ਮਹੀਨਾ ਹੋ ਗਿਆ ਤੁਸੀਂ ਸਟਾਰਟ ਕਰ ਦਿੱਤਾ ਹੈ ਤੇ ਅੱਗੇ ਲੱਗਦਾ ਵੀ ਹੋਰ ਕਾਫੀ ਜ਼ਿਆਦਾ ਤੁਸੀਂ ਕੰਮ ਕਰੋਗੇ, ਤਾਂ ਉਹ ਤੁਹਾਡੇ ਫਿਊਚਰ ਪਲਾਨ ਕੀ ਨੇ? ਮੈਮ ਫਿਲਹਾਲ ਤਾਂ ਆਫਟਰ 15 ਡੇਜ਼ ਅਸੀਂ ਇੰਡੀਅਨ ਚਾਲੂ ਕਰ ਰਹੇ ਹਾਂ, ਦੈਨ ਉਹਦੇ ਵਿੱਚ ਇੰਡੀਅਨ ਫੂਡਸ ਹੋਣਗੇ। ਉਸ ਤੋਂ ਬਾਅਦ ਅਗਰ ਸਾਨੂੰ ਮਤਲਬ ਕਿ ਰਿਸਪੌਂਸ ਹੋਰ ਵਧੀਆ ਆਇਆ ਤਾਂ ਅਸੀਂ ਰੈਸਟੋਰੈਂਟ ਓਪਨ ਕਰਾਂਗੇ। ਬਾਕੀ ਥੋੜਾ ਉਸ ਤੱਕ ਆਈ ਥਿੰਕ ਕਿ ਥੋੜੀ ਸਿਚੁਏਸ਼ਨ ਵੀ ਸੁਧਰ ਜੂਗੀ, ਲੋਕਡਾਊਨ ਜਾਂ ਕੋਵਿਡ ਕਰਕੇ ਨਾ ਜੋ ਵੀ ਪ੍ਰੋਬਲਮ ਆ ਉਹ ਬਿਲਕੁਲ ਕਲੀਅਰ ਹੋ ਜਾਣਗੀਆਂ। ਚੰਡੀਗੜ੍ਹ ਤੋਂ ਕੋਈ ਅਪਡੇਟ ਆ ਜਾਊਗਾ ਕਿ ਲੇਟ ਨਾਈਟ ਅਗਰ ਡਿਲੀਵਰੀਜ਼ ਓਪਨ ਹੋ ਗਈਆਂ ਤਾਂ ਅਸੀਂ ਲੇਟ ਨਾਈਟ ਤੱਕ ਵੀ ਓਪਨ ਕਰਾਂਗੇ। ਵੈਸੇ ਅਸੀਂ ਮਾਰਨਿੰਗ ਤੋਂ ਕਰਦੇ ਹਾਂ, 2 o'clock ਤੱਕ ਮਾਰਨਿੰਗ ਤੱਕ ਰਹਿੰਦਾ ਓਪਨ। ਅਗਰ ਥੋੜਾ ਜਿਹਾ ਹੋਰ ਰਿਸਪੌਂਸ ਵਧੀਆ ਆਇਆ ਦੈਨ ਅਸੀਂ 4 o'clock 5 o'clock ਤੱਕ ਓਪਨ ਕਰਾਂਗੇ। ਮਨੀਸ਼ਾ ਗੁਲਾਟੀ ਹੋਰ ਨਾਲ ਅਸੀਂ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਜਦੋਂ ਇਹ ਸਾਡੇ ਦਫ਼ਤਰ ਦੇ ਵਿੱਚ ਆਏ ਵੀ ਕਾਫੀ ਲੰਮਾ ਸਮਾਂ ਮੇਰੀ ਲੋਕ ਅਦਾਲਤ ਚੱਲ ਰਹੀ ਸੀ, ਲੰਮਾ ਸਮਾਂ ਤੁਸੀਂ ਬਾਹਰ ਬੈਠੇ ਰਹੇ, ਤਾਂ ਉਸ ਟਾਈਮ ਕਿਦਾਂ ਦਾ ਫੀਲ ਹੋਇਆ ਵੀ ਮੈਂ ਇੰਨੀ ਟਾਈਮ ਤੋਂ ਬੈਠੀ ਹਾਂ ਤਾਂ ਪਤਾ ਨਹੀਂ ਮੁਲਾਕਾਤ ਹੋਵੇਗੀ ਜਾਂ ਨਹੀਂ? ਉਸ ਸਮੇਂ ਕੀ ਮਨ 'ਚ? ਨਹੀਂ ਐਕਚੁਅਲੀ ਮੈਮ ਹਾਂਜੀ ਅਸੀਂ ਬਹੁਤ ਟਾਈਮ ਵੇਟ ਕੀਤੀ, ਪਰ ਇੱਕ ਡਰ ਸੀਗਾ ਕਿ ਮੈਮ ਦਾ ਰਿਐਕਸ਼ਨ ਅੱਗੋਂ ਕਿਵੇਂ ਦਾ ਆਊਗਾ। ਪਰ ਜਦੋਂ ਅਸੀਂ ਅੰਦਰ ਗਏ ਉਹਨਾਂ ਨੇ ਸਾਨੂੰ ਅਸੀਂ ਪੈਂਪਲੇਟ ਦਿੱਤਾ ਮੈਮ ਨੂੰ, ਦੈਨ ਉਹਨਾਂ ਨੇ ਦੇਖ ਕੇ ਕਹਿਤਾ ਕਿ ਕੱਲ ਮੈਂ ਆ ਰਹੀ ਹਾਂ। ਦੈਨ ਉਹ ਅਸੀਂ ਬਹੁਤ ਸਰਪ੍ਰਾਈਜ਼ਡ ਹੋਏ, ਦੇਖ ਕੇ ਸ਼ੌਕਡ ਵੀ ਬਹੁਤ ਹੋਏ ਕਿ ਨਹੀਂ ਮੈਮ ਨੇ ਇੱਕਦਮ ਹੀ ਬੋਲਤਾ, ਬਟ ਅਸੀਂ ਬਹੁਤ ਸਾਰਾ ਹੈਪੀ ਬਹੁਤ ਜ਼ਿਆਦਾ ਹੋਏ ਹਾਂ ਕਿ ਮੈਮ ਸਾਡੇ ਇੱਕ ਨੋਟਿਸ 'ਤੇ ਹੀ ਆ ਗਏ। ਦੈਨ ਅੱਜ ਉਹ ਇੱਥੇ ਆਏ ਨੇ, ਉਹਨਾਂ ਨੇ ਸਾਡਾ ਫੂਡ ਟਰਾਈ ਕੀਤਾ, ਦੈਨ ਮੈਮ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਕੋਲ ਇੱਥੇ ਆਏ ਨੇ। ਦੈਨ ਉਹਨਾਂ ਨੇ ਸਾਨੂੰ ਮੋਟੀਵੇਟ ਵੀ ਕੀਤਾ, ਮਤਲਬ ਮੈਮ ਨੇ ਕਿੱਦਾਂ ਦੇ ਆਪਾਂ ਕਹਿ ਦਈਏ ਕਿ ਸ਼ਖਸੀਅਤ ਨੇ ਜੋ ਮਤਲਬ ਹਰ ਇੱਕ ਕੁੜੀ ਉਹਨਾਂ ਵਰਗੀ ਬਣਨਾ ਚਾਹੁੰਦੀ ਹੈ, ਉਹ ਹਰ ਇੱਕ ਕੁੜੀ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਦੈਨ ਅਸੀਂ ਵੀ ਮੈਮ ਉਹਨਾਂ ਨੂੰ ਫੋਲੋ ਕਰਦੇ ਹਾਂ। ਤੁਹਾਡਾ ਕੀ ਫਸਟ ਰਿਐਕਸ਼ਨ ਸੀ ਜਦੋਂ ਮਨੀਸ਼ਾ ਗੁਲਾਟੀ ਮੈਮ ਕਹਿੰਦੇ ਵੀ ਮੈਂ ਤੁਹਾਡੇ ਨਾਲ ਕੱਲ੍ਹ ਨੂੰ ਇੱਥੇ ਪਹੁੰਚ ਰਹੀ ਹਾਂ? इट वॉज लाइक शी सो क्यूट, वो इतनी क्यूट है और मतलब शी वॉज सो बबली, शी वॉज सो हैप्पी अबाउट इट, तो हमको भी बहुत खुशी हुई। एंड मतलब वो जब आए तो हमको ऐसा हमने एक्सपेक्ट नहीं किया था, बट वो बहुत ही अच्छे हैं, उनका नेचर भी बहुत अच्छा है, तो हम बहुत खुश हुए उनसे मिलके। ਬਿਲਕੁਲ। ਨਵਜੋਤ ਜੀ, ਸਾਡੇ ਸਮਾਜ ਦੇ ਵਿੱਚ ਇੱਕ ਗੱਲ ਬਹੁਤ ਜ਼ਿਆਦਾ ਹੁੰਦੀ ਹੈ ਵੀ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ। ਹਾਲਾਂਕਿ ਸੁਸਾਇਟੀ ਚੇਂਜ ਹੋ ਗਈ ਆ, ਬਟ ਕੁਝ ਲੋਕ ਅਜੇ ਵੀ ਨੇ ਜੋ ਕਹਿੰਦੇ ਨੇ ਵੀ ਮਰਦਾਂ ਦੇ ਬਰਾਬਰ ਔਰਤਾਂ ਨਹੀਂ ਚੱਲ ਸਕਦੀਆਂ ਜਾਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ। ਕਦੀ ਇਦਾਂ ਦਾ इंसिडेंट फेस करने को मिले? नहीं, एक्चुअली मेरे पापा का बहुत सपोर्ट था। मैं सच बोलूँ तो मेरी सिस्टर को मैं हमेशा इससे चढ़ाती हूँ कि ये पापा की परी है। तो एक दिन मैंने मेरे पापा को कहा कि आप उसको कहते हो परी है और मेरे को वैसे ट्रीट नहीं करते, तो वो मुझे हमेशा कहते थे कि तू पापा का परा है। सो मैं लिटरली मैं सारे काम लड़कों वाले ना मेरे को वो कराते थे बचपन से ना। कभी मेरे को ऐसे डिफ्रेंशिएट नहीं करा कि ये लड़की है तो ये लड़का है, कभी नहीं। मेरे को कभी उन्होंने नहीं कहा कि यहाँ नहीं जाना, ऐसा नहीं करना, हमें कभी ऐसा था नहीं। ਤੁਸੀਂ ਘਰ ਦੇ ਵਿੱਚ ਸਭ ਤੋਂ ਵੱਡੇ ਹੋ? नहीं, सबसे बड़ा सबसे छोटी हूँ मैं। वो मेरे से बड़े हैं। ਪਰ ਤੁਸੀਂ ਵੱਡੇ ਲੱਗਦੇ ਹੋ। मैं रिस्पॉन्सिबल भी ज़्यादा हूँ। ਪਰ ਕਹਿੰਦੇ ਛੋਟੇ ਬੱਚੇ ਸਭ ਤੋਂ ਜ਼ਿਆਦਾ ਲਾਡਲੇ ਹੁੰਦੇ ਆ ਔਰ ਫਾਦਰ ਦੇ ਕਰੀਬ ਸਭ ਤੋਂ ਜ਼ਿਆਦਾ ਕੁੜੀਆਂ ਹੀ ਹੁੰਦੀਆਂ ਨੇ। हाँ जी, वो तो है। ਤੇ ਕਿੰਨਾ ਕੁ ਮਤਲਬ ਇਹ ਲੱਗਦਾ ਵੀ ਅੱਜ ਇੱਥੇ ਪਹੁੰਚੇ ਆ ਤਾਂ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਵੀ ਹਾਂ ਵੀ ਮੈਂ ਜੋ ਚਾਹੁੰਦੀ ਸੀ ਮੈਂ ਉਹ ਪੂਰਾ ਕਰ ਰਹੀ ਹਾਂ? नहीं, एक्चुअली मुझे लगता है कि मैं आई एम फीलिंग प्राउड बिकॉज जो मेरे डैड ने मुझे अपब्रिंगिंग दी है, तो मैं वो
उसके करके बहुत खुश हूँ कि मैं आज यहाँ तक आ पाई, क्योंकि सबकी अपब्रिंगिंग ऐसी नहीं होती, सब लोग इतना आगे नहीं जा सकते ऐसे। तो ਨਵਜੋਤ ਜੀ, ਇੱਕ ਗੱਲ ਇਹ ਵੀ ਦੇਖਣ ਨੂੰ ਮਿਲਦੀ ਆ ਵੀ ਜਦੋਂ ਹੈ ਨਾ ਐਵੇਂ ਫਾਦਰ ਦੀ ਡੈਥ ਹੋ ਜਾਂਦੀ ਹੈ ਘਰ ਦੇ ਵਿੱਚ, ਇੱਕਦਮ ਸਰਨਾਟਾ ਜਿਹਾ ਛਾ ਜਾਂਦਾ ਘਰ ਦੇ ਵਿੱਚ, ਇਹ ਹੋ ਕੀ ਗਿਆ? ਉਸ ਤੋਂ ਬਾਅਦ ਇਹ ਦਿਮਾਗ 'ਚ ਨਹੀਂ ਆਇਆ ਹੈਗਾ ਵੀ ਚਲੋ ਚੰਡੀਗੜ੍ਹ ਜਾ ਕੇ ਕੰਮ ਕਰਨ ਦੀ ਬਜਾਏ ਜੇ ਮੈਂ ਐਮਪੀ ਦੇ ਵਿੱਚ ਹੀ ਆਪਣਾ ਕੋਈ ਕੰਮ ਕਰ ਲਾਂ? नहीं, मैंने एमपी में बहुत ग्रोथ नहीं है वहाँ पे, तो उसके अकॉर्डिंग मैंने ये बेस्ट जगह सोची कि चंडीगढ़ वुड बी बेस्ट टू वर्क। हाँ जी। ਤਾਂ ਹਰਜੀਤ ਜੀ, ਆਪਾਂ ਦੇਖਦੇ ਹਾਂ ਵੀ ਜਿਸ ਤਰ੍ਹਾਂ ਕਿ ਮੈਂ ਇਹਨਾਂ ਨੂੰ ਵੀ ਸਵਾਲ ਕੀਤਾ ਵੀ ਸਮਾਜ ਦੇ ਵਿੱਚ ਅਜੇ ਵੀ ਕੁਝ ਇਦਾਂ ਦੀਆਂ ਨੇ ਵੀ ਮੁੰਡਿਆਂ ਨੂੰ ਅੱਗੇ ਰੱਖਿਆ ਜਾਂਦਾ ਹੈ, ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈ, ਤਾਂ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦਵੋਗੇ ਵੀ ਸਾਡਾ ਸਮਾਜ, ਚਾਹੇ ਅਸੀਂ 22ਵੀਂ ਸਦੀ 'ਚ ਪਹੁੰਚ ਰਹੇ ਹਾਂ, ਪਰ ਫਿਰ ਵੀ ਸਾਡੀ ਸੋਚ ਕਿਤੇ ਨਾ ਕਿਤੇ ਪਿੱਛੇ ਖੜੀ ਹੋਈ ਹੈ? ਐਕਚੁਅਲੀ ਮੈਮ ਮਤਲਬ ਮੈਨੂੰ ਵੀ ਔਰ ਇਹਨਾਂ ਨੂੰ ਸਾਨੂੰ ਆਲਰੇਡੀ ਫੈਮਿਲੀ ਦਾ ਪਿੱਛੋਂ ਸਪੋਰਟ ਸੀਗਾ, ਕਿਉਂਕਿ ਮੈਂ ਸਾਰੇ ਮਤਲਬ ਮਦਰਸ ਨੂੰ, ਸਪੈਸ਼ਲੀ ਪੇਰੈਂਟਸ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ, ਸਪੈਸ਼ਲੀ ਕੁੜੀਆਂ ਨੂੰ ਮਤਲਬ ਆਪਾਂ ਕਹਿ ਦਈਏ ਕਿ ਸਪੋਰਟ ਕਰੋ, ਕਿ ਉਹ ਕੁਝ ਵੀ ਕਰ ਸਕਦੀਆਂ ਨੇ ਇਕੱਲੀਆਂ ਕੁੜੀਆਂ, ਪਰ ਜੇ ਉਹਨਾਂ ਨੂੰ ਪਿੱਛੋਂ ਸਪੋਰਟ ਮਿਲੂਗਾ ਤਾਂ ਉਹ ਅੱਗੇ ਇੱਕ ਸਟੈਪ ਕਰਨਗੀਆਂ, ਕਿਉਂਕਿ ਉਹ ਬਹੁਤ ਕੁੜੀਆਂ ਡਰਦੇ ਮਾਰੀ ਰਹਿੰਦੀਆਂ ਨੇ ਜੇ ਅਸੀਂ ਕਰਿਆ ਸਾਨੂੰ ਲੋਕ ਕੀ ਕਹਿਣਗੇ। ਜਿੰਨਾ ਚਿਰ ਆਪਣੇ ਕੁੜੀਆਂ ਦੇ ਮਨ 'ਚ ਇਹ ਡਰ ਨਹੀਂ ਜਾਂਦਾ ਸਾਨੂੰ ਲੋਕ ਕੀ ਕਹਿਣਗੇ, ਮੈਮ ਕੁਝ ਨਹੀਂ ਹੋਣਾ ਹੈਗਾ। ਆਪਣੇ ਲਈ ਅਗਰ ਆਪਾਂ ਕੁਝ ਕਰਨਾ ਤਾਂ ਆਪਾਂ ਨੂੰ ਅੱਗੇ ਆਉਣਾ ਪੈਣਾ, ਸਟੈਪ ਅੱਗੇ ਲੈਣਾ ਪੈਣਾ। ਹਾਂਜੀ ਜਗਜੋਤ ਜੀ, ਆਪਾਂ ਦੇਖਦੇ ਹਾਂ ਵੀ ਜ਼ਿਆਦਾਤਰ ਮੁੰਡੇ ਕੁੜੀਆਂ 'ਚ ਇੰਨੀ ਨੋਕ ਝੋਕ ਨਹੀਂ ਹੁੰਦੀ, ਪਰ ਕੁੜੀਆਂ ਕੁੜੀਆਂ ਆਪਸ 'ਚ ਬਹੁਤ ਲੜਦੀਆਂ। ਤੁਸੀਂ 2-3 ਭੈਣਾਂ, ਤੁਹਾਡੇ ਆਪਸ 'ਚ ਕਦੀ ਲੜਾਈ ਹੋਈ? नहीं, लड़ाई तो नहीं, आर्ग्यूमेंट हो जाती है, लड़ाई वैसे नहीं होती। वो अपना पॉइंट रखती है, मैं अपना पॉइंट रखती हूँ, और अगर हमारी आपस में समझ नहीं आती तो फिर ये आके सॉर्ट ਫਿਰ ਤੁਹਾਡੇ ਜੱਜ ਬਣ ਜਾਂਦੇ ਨੇ। ਬਿਲਕੁਲ ਹਰਜੀਤ ਜੀ, ਆਪਾਂ ਇਹ ਵੀ ਦੇਖਦੇ ਆ ਨਾ ਵੀ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ ਕਦੀ ਵੀ ਰਿਸ਼ਤੇਦਾਰੀ 'ਚ ਪੈਸੇ ਨਹੀਂ ਦੇਣੇ ਚਾਹੀਦੇ ਜਾਂ ਰਿਸ਼ਤੇਦਾਰੀ 'ਚ ਬਿਜ਼ਨਸ ਨਹੀਂ ਕਰਨਾ ਚਾਹੀਦਾ, ਵੀ ਰਿਸ਼ਤਾ ਖਰਾਬ ਹੋ ਜਾਂਦਾ। ਹੁਣ ਤੁਹਾਡਾ ਭੈਣਾਂ ਵਰਗਾ ਪਿਆਰ ਬਣਿਆ, ਤਾਂ ਕਦੀ ਲੱਗਿਆ ਵੀ ਜਦੋਂ ਇਹਨਾਂ ਨੇ ਕਿਹਾ ਤੁਹਾਨੂੰ ਵੀ ਆਪਾਂ ਇਦਾਂ ਬਿਜ਼ਨਸ ਕਰ, ਤੁਹਾਡੇ ਦਿਮਾਗ ਦੇ ਵਿੱਚ ਆਇਆ ਵੀ ਇਦਾਂ ਦਾ ਕੁਝ? ਨਹੀਂ ਨਹੀਂ, ਮਤਲਬ ਅਸੀਂ ਲਾਈਕ 3 ਭੈਣਾਂ ਡਿਫਰੈਂਟ ਆ ਬਿਲਕੁਲ। ਸਾਡੇ 'ਚ ਪੈਸੇ ਨੂੰ ਲੈ ਕੇ ਕਦੇ ਇਸ਼ੂ ਨਹੀਂ ਹੋਊਗਾ, ਕੋਈ ਲਾਸ ਹੋਵੇ ਕੋਈ ਪ੍ਰੋਫਿਟ ਹੋਵੇ, ਇਦਾਂ ਦਾ ਕਦੇ ਨਹੀਂ ਹੋਊਗਾ ਕਿ ਅਸੀਂ ਆਪਸ 'ਚ ਲੜਾਂਗੇ ਜਸਟ ਪੈਸੇ ਨੂੰ ਲੈ ਕੇ। ਇਹ ਚੀਜ਼ ਕਦੇ ਨਹੀਂ ਹੋਊਗੀ। वन थिंग, हम ये विमेन एम्पावरमेंट के लिए कर रहे हैं। मैं चाहती हूँ सारी लड़कियाँ आगे आगे काम करें, तो पैसे वाली यहाँ पे बात ही नहीं है। हम एग्जाम्पल बनना चाहते हैं लोगों के लिए कि वो भी आगे बढ़ें और कुछ करें। ਬਿਲਕੁਲ। ਤਾਂ ਬਹੁਤ ਸੋਹਣੀ ਗੱਲ ਕਹੀ ਹੈ ਵੀ ਪੈਸੇ ਨੂੰ ਪਿੱਛੇ ਰੱਖ ਕੇ ਸਾਨੂੰ ਰਿਸ਼ਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਕਿ ਅੱਜ ਕੱਲ੍ਹ ਜੋ ਸਮਾਜ ਸਾਡਾ ਪਿੱਛੇ ਨੂੰ ਜਾ ਰਿਹਾ ਹੈ ਉਸ ਨੂੰ ਅੱਗੇ ਲੈ ਕੇ ਆਉਂਦਾ ਜਾਵੇ। ਤਾਂ ਮੇਰਾ ਅਖੀਰਲਾ ਸਵਾਲ ਹੈ, ਉਹਨਾਂ ਕੁੜੀਆਂ ਨੂੰ ਕੀ ਸੁਨੇਹਾ ਦਓਗੇ ਜਿਹੜੀਆਂ ਇਸ ਸਮੇਂ ਪੜ੍ਹ ਲਿਖ ਕੇ ਵੀ ਘਰੇ ਬੈਠੀਆਂ ਨੇ, ਜਾਂ ਮਾਪਿਓ ਉਹਨਾਂ 'ਤੇ ਪ੍ਰੈਸ਼ਰ ਪਾ ਦਿੰਦੇ ਨੇ ਵੀ ਨਹੀਂ ਪੁੱਤ ਤੇਰਾ ਵਿਆਹ ਕਰ ਦੇਣਾ ਹੈ, ਤੈਨੂੰ ਸਹੁਰੇ ਭੇਜ ਦੇਣਾ ਹੈ, ਉਹ ਤੇਰਾ ਅਸਲੀ ਘਰ ਹੈ, ਉਹਨਾਂ ਨੂੰ ਕੀ ਸੁਨੇਹਾ ਦਓਗੇ? ਮੈਮ ਦੇਖੋ ਜੀ, ਆਪਾਂ ਕੁੜੀ ਦੀ ਫੀਲਿੰਗ ਨੂੰ ਪੇਰੈਂਟਸ ਹੀ ਸਮਝਣਗੇ। ਅਗਰ ਪੇਰੈਂਟਸ ਨਹੀਂ ਸਮਝਦੇ ਤਾਂ ਕੁੜੀ ਨੂੰ ਖੁਦ ਅੱਗੇ ਤੋਂ ਆਪਣੇ ਪੇਰੈਂਟਸ ਨੂੰ ਕਹਿਣਾ ਪਊਗਾ ਕਿ ਮੈਂ ਇਹ ਕਰਨਾ ਚਾਹੁੰਦੀ ਹਾਂ। ਤਾਂ ਪੇਰੈਂਟਸ ਮੈਮ ਕਿਸੇ ਦਾ ਕੋਈ ਇਦਾਂ ਦੇ ਪੇਰੈਂਟਸ ਨਹੀਂ ਹੁੰਦੇ ਜੇ ਕਹਿਣਗੇ ਸਾਡੇ ਬੱਚੇ ਦੀ ਇਸ 'ਚ ਖੁਸ਼ੀ ਆ, ਸਾਰੇ ਪੇਰੈਂਟਸ ਮੰਨਦੇ ਨੇ। ਪਰ ਅਗਰ ਆਪਾਂ ਖੁਦ ਤੋਂ ਕੁੜੀਆਂ ਅੱਗੇ ਆ ਕੇ ਕਹਿਣਗੇ ਤਾਂ ਪੇਰੈਂਟਸ ਸਪੋਰਟ ਕਰਨਗੇ। ਤਾਂ ਮੈਂ ਕੁੜੀਆਂ ਨੂੰ ਹੀ ਕਹਿਣਾ ਚਾਹੂੰਗੀ ਕਿ ਅਸੀਂ ਇੱਥੇ ਤੱਕ ਆਏ ਹਾਂ ਤਾਂ ਤੁਸੀਂ ਵੀ ਆ ਸਕਦੇ ਹੋ। ਤੁਸੀਂ ਇੱਕ ਸਟੈਪ ਲਓਗੇ ਤਾਂ ਤੁਹਾਡੇ ਪੇਰੈਂਟਸ ਵੀ ਤੁਹਾਡੇ ਨਾਲ ਤੁਰਨਗੇ, ਤੁਹਾਡਾ ਸਮਾਜ ਵੀ ਤੁਰੂਗਾ, ਤੁਹਾਡੇ ਫਰੈਂਡ ਸਰਕਲ ਸਭ ਕੁਝ ਤੁਹਾਡੇ ਨਾਲ ਹੋਊਗਾ, ਪਰ ਤੁਹਾਨੂੰ ਖੁਦ ਇੱਕ ਸਟੈਪ ਲੈਣਾ ਪਊਗਾ। ਯਾਨੀ ਕਿ ਕੁੜੀਆਂ ਨੂੰ ਇੱਕ ਪਹਿਲ ਕਰਨੀ ਪਊਗੀ। ਹਾਂਜੀ ਮੈਮ, ਕਿਉਂਕਿ ਜਦੋਂ ਆਪਾਂ ਖੁਦ ਹੁਣ ਜੇ ਅਗਰ ਮੈਂ ਹੀ ਕਹਾਂ ਮੈਂ ਘਰ ਬੈਠੀ ਰਹਿੰਦੀ ਹੈ, ਮੈਨੂੰ ਕਹਿੰਦੀਆਂ ਕਿ ਆਪਾਂ ਕਰਨਾ, ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਦੀ, ਲੋਕ ਕੀ ਕਹਿਣਗੇ, ਤਾਂ ਮੈਂ ਕਦੇ ਇੱਥੇ ਤੱਕ ਅਸੀਂ ਆ ਹੀ ਨਹੀਂ ਸਕਦੇ ਅਗਰ ਲੋਕਾਂ ਦੀ ਸੋਚਦੇ। ਤਾਂ ਅਗਰ ਆਪਾਂ ਕੁਝ ਕਰਨਾ ਤਾਂ ਆਪਾਂ ਨੂੰ ਆਪਣੇ ਪੈਰਾਂ 'ਤੇ ਸਟੈਂਡ ਖੁਦ ਹੋ ਕੇ ਇੱਕ ਸਟੈਪ ਅੱਗੇ ਲੈਣਾ ਪੈਣਾ, ਦੈਨ ਆਪਾਂ ਮੈਮ ਤਾਂ ਹੀ ਸਕਸੈਸਫੁਲ ਹੋ ਸਕਦੇ ਹਾਂ ਲਾਈਫ ਦੇ ਵਿੱਚ। ਤੁਸੀਂ ਕੀ ਸੁਨੇਹਾ ਦੇਣਾ? आई जस्ट वॉन्ट टू से कि मतलब सब पढ़ो और पढ़ के ट्राई करो कि जॉब करो या बाहर जाओ, एक्सपीरियंस के लिए, एक्सपोजर के लिए, बिकॉज जो आपको एक्सपीरियंस से सीखने को मिलता है व्हेन यू वर्किंग इज़ डिफरेंट, या फिर आप घर पे रहो तो वो डिफरेंट एक्सपीरियंस होता है। तो ज़िंदगी इज़ अबाउट एक्सपीरियंस, तो सब कुछ एक्सपीरियंस करो। जी नवजोत जी, मैं सिर्फ ये बोलूँगी अगर आपका कोई सपना है तो उसे ज़रूर पूरा करो, क्योंकि सपने मन में रख के जीने का कोई फ़ायदा नहीं है। तो अपने सपनों को जियो। ਜੀ ਬਿਲਕੁਲ। ਤਾਂ ਬਹੁਤ ਬਹੁਤ ਧੰਨਵਾਦ। ਤਾਂ ਇਹ ਬਹੁਤ ਹੀ ਪਿਆਰੀਆਂ ਜੋੜੀ ਜੀ ਸੀਗੀ, ਨਵਜੋਤ, ਹਰਜੀਤ ਤੇ ਜਗਜੋਤ, ਜਿਨ੍ਹਾਂ ਨੇ ਬੜਾ ਸੋਹਣਾ ਕਿਹਾ ਕਿ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਬੜੇ ਸੋਹਣੇ ਕਿਸੇ ਨੇ ਕਿਹਾ ਹੈ ਵੀ ਸਮੇਂ ਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਤੁਹਾਨੂੰ ਸਮਾਂ ਦੇਵੇ, ਤੇ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ 'ਚ ਕੋਈ ਕਾਬਲੀਅਤ ਹੈ, ਤੁਸੀਂ ਸੁਪਨੇ ਆਪਣੇ ਪੂਰੇ ਕਰਨਾ ਚਾਹੁੰਦੇ ਹੋ, ਤਾਂ ਮਿਹਨਤ ਕਰੋ, ਤਾਂ ਕਿ ਮਿਹਨਤ ਦੇ ਬਲਬੂਤਿਆਂ ਦੇ ਉੱਤੇ ਅਸੀਂ ਪਰਮਾਤਮਾ ਨੂੰ ਵੀ ਪਾ ਸਕਦੇ ਹਾਂ। ਘਰ ਦੇ ਵਿੱਚ ਬੈਠ ਕੇ ਆਪਣੀ ਕਿਸਮਤ ਨੂੰ ਕੋਸਣ ਦੀ ਬਜਾਏ ਸੜਕਾਂ ਦੇ ਉੱਤੇ ਆਓ, ਰਾਹਾਂ ਦੇ ਉੱਤੇ ਆਓ, ਕਿ
ਅਸੀਂ ਉਹਨਾਂ ਲੋਕਾਂ ਦਾ ਇੱਕ ਚਾਨਣ ਮੁਨਾਰਾ ਬਣ ਸਕੀਏ ਜਿਹੜੇ ਕਿ ਢਹਿ ਢੇਰੀ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ। ਤਾਂ ਇਹ ਇੱਕ ਇਹਨਾਂ ਨੇ ਐਗਜ਼ਾਮਪਲ ਸਾਡੇ ਸਮਾਜ ਦੇ ਵਿੱਚ ਸੈੱਟ ਕਰ ਦਿੱਤੀ ਕਿ ਕਿਸ ਤਰ੍ਹਾਂ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ, ਉਸ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਤੋੜਿਆ ਨਹੀਂ ਬਲਕਿ MP ਤੋਂ ਯਾਨੀ ਕਿ ਮੱਧ ਪ੍ਰਦੇਸ਼ ਤੋਂ ਗੱਡੀ ਚਲਾ ਕੇ ਖੁਦ ਇਹ ਦੋਵੇਂ ਭੈਣਾਂ ਆਉਂਦੀਆਂ ਨੇ, ਆਪਣੀ ਕਜ਼ਨ ਨਾਲ ਗੱਲ ਕਰਦੀਆਂ ਨੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਆਪਣਾ ਬਿਜ਼ਨਸ ਕਰ ਰਹੀਆਂ ਨੇ। ਤੇ ਅੱਜ ਮਨੀਸ਼ਾ ਗੁਲਾਟੀ ਦੇ ਵੱਲੋਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ। ਉਮੀਦ ਹੈ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਹੋਰ ਅਪਡੇਟਸ ਤੇ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਰਵਾਂਗੇ। ਸਾਨੂੰ ਦਿਓ ਆਗਿਆ ਤੇ ਜੁੜੇ ਰਹੋ ਹਮਦਰਦ TV ਦੇ ਨਾਲ।